हाँ जी, सत श्री अकाल सारिਆਂ ਨੂੰ। आई एम अमरजीत फ्रॉम अमर PTE क्लासेस। ਅੱਜ ਮੈਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ। ਤੇ ਜਿਹੜਾ ਅੱਜ ਦਾ ਟੌਪਿਕ ਰਹੇਗਾ ਉਹ ਰਹੇਗਾ ਲਿਸਨਿੰਗ ਫਿਲਿੰਗ ਦਾ ਬਲੈਂਕਸ। ਲਿਸਨਿੰਗ ਫਿਲਿੰਗ ਦਾ ਬਲੈਂਕਸ ਜਿਹੜੀਆਂ ਮੈਂ ਐਗਜ਼ਾਮਪਲਸ ਲਈਆਂ ਨੇ ਉਹ ਮੈਂ ਪ੍ਰੈਡਿਕਸ਼ਨ ਚੋਂ ਲਈਆਂ ਨੇ, ਦਸੰਬਰ ਪ੍ਰੈਡਿਕਸ਼ਨਸ ਚੋਂ। ਜਿਹੜੇ ਸਟੂਡੈਂਟਸ ਨੇ ਦਸੰਬਰ ਦੇ ਵਿੱਚ ਆਪਣਾ ਐਗਜ਼ਾਮ ਪਲਾਨ ਕੀਤਾ ਤਾਂ ਉਹ ਇਹ ਵੀਡੀਓ ਜ਼ਰੂਰ ਦੇਖ ਸਕਦੇ ਆ, ਕਿਉਂਕਿ ਮੈਂ ਇਹਦੇ ਵਿੱਚ ਉਹ ਐਗਜ਼ਾਮਪਲਸ ਲਈਆਂ ਨੇ, ਕਿਉਂਕਿ ਐਗਜ਼ਾਮਪਲਸ ਤਾਂ ਬਹੁਤ ਸਾਰੀਆਂ ਨੇ। ਜੇ ਤੁਸੀਂ AP ਯੂਨੀ ਦੀ ਗੱਲ ਕਰਦੇ ਹੋ ਤਾਂ ਇੱਕ ਪੇਜ ਤੇ 20 ਐਗਜ਼ਾਮਪਲਸ ਹੁੰਦੀਆਂ ਨੇ, ਬਟ ਮੈਂ ਜੋ ਐਗਜ਼ਾਮਪਲਸ ਲਈਆਂ ਨੇ ਉਹ ਮੈਂ ਲਈਆਂ ਨੇ ਕਿ ਜਿਹੜੀ ਲਿਸਨਿੰਗ ਫਿਲਿੰਗ ਦਾ ਬਲੈਂਕਸ ਹੈ ਉਹ ਗ੍ਰਾਮਰ ਤੋਂ ਕਿੰਨੀਆਂ ਕੁ ਰਿਲੇਟਡ ਨੇ। ਮੀਨਸ ਤੁਸੀਂ ਲਿਸਨਿੰਗ ਫਿਲਿੰਗ ਦਾ ਬਲੈਂਕਸ ਦੇ ਵਿੱਚ ਗ੍ਰਾਮਰ ਦਾ ਕਿੰਨਾ ਕੁ ਯੂਜ਼ ਕਰ ਸਕਦੇ ਹੋ। ਉਸ ਤੋਂ ਪਹਿਲਾਂ ਜਿਹੜੀਆਂ ਮੈਂ ਲਿਸਨਿੰਗ ਫਿਲਿੰਗ ਦਾ ਬਲੈਂਕਸ ਦੇ ਵਿੱਚ ਵੀਡੀਓਜ਼ ਬਣਾਈਆਂ ਨੇ ਉਹਦੇ ਵਿੱਚ ਮੈਂ ਟਿਪਸ ਐਂਡ ਟ੍ਰਿਕਸ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਕਿ ਕਿਹੜੀਆਂ ਟਿਪਸ ਐਂਡ ਟ੍ਰਿਕਸ ਫੋਲੋ ਕਰਕੇ ਤੁਸੀਂ ਲਿਸਨਿੰਗ ਫਿਲਿੰਗ ਦਾ ਬਲੈਂਕਸ ਇੰਪਰੂਵ ਕਰ ਸਕਦੇ ਹੋ। ਬਟ ਉਹਦੇ ਵਿੱਚ ਕੀ ਹੈਗਾ ਕਿ ਗ੍ਰਾਮਰ ਦਾ ਰੂਲ ਕਿੰਨਾ ਕੁ ਹੈਗਾ, ਗ੍ਰਾਮਰ ਤੁਸੀਂ ਕਿੱਥੇ ਯੂਜ਼ ਕਰਨੀ ਹੈ। ਟਿਪਸ ਐਂਡ ਟ੍ਰਿਕਸ ਇਹਦੇ ਵਿੱਚ ਉਹੀ ਹੈਗਾ ਕਿ ਕਈ ਸਟੂਡੈਂਟ ਸੋਚਦੇ ਨੇ ਕਿ ਤੁਸੀਂ ਸੁਣ ਕੇ ਹੀ ਲਿਖਣਾ, ਸੋ ਸਾਨੂੰ ਪ੍ਰੈਕਟਿਸ ਦੀ ਜ਼ਰੂਰਤ ਨਹੀਂ ਹੈਗੀ ਲਿਸਨਿੰਗ ਫਿਲਿੰਗ ਦਾ ਬਲੈਂਕਸ ਦੇ ਵਿੱਚ। ਬਟ ਪ੍ਰੈਕਟਿਸ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਇੱਕ ਆਡੀਓ ਸੁਣਦੇ ਹੋ ਤੇ ਜਿਹੜੀ ਆਡੀਓ ਹੁੰਦੀ ਹੈ, ਜਦੋਂ ਵੀ ਤੁਸੀਂ PT ਦਾ ਐਗਜ਼ਾਮ ਫਿਲ ਕਰਦੇ ਹੋ, ਮੋਸਟਲੀ ਸਟੂਡੈਂਟਸ ਜਿਹੜੇ ਹੁੰਦੇ ਨੇ ਉਹ ਇਹੀ ਕਹਿੰਦੇ ਨੇ ਕਿ ਜਿਹੜੀਆਂ ਸਾਨੂੰ ਲਿਸਨਿੰਗ ਫਿਲਿੰਗ ਦਾ ਬਲੈਂਕਸ ਹੈ ਉਹਨਾਂ ਦੀ ਸਪੀਡ ਬਹੁਤ ਜ਼ਿਆਦਾ ਸੀਗੀ ਤੇ ਸਾਡੀਆਂ ਬਲੈਂਕਸ ਮਿਸ ਹੋ ਗਈਆਂ। ਸੋ ਤੁਸੀਂ ਜਿਹੜੀ ਪ੍ਰੈਕਟਿਸ ਕਰਨੀ ਹੈ ਉਹ ਹਮੇਸ਼ਾ 1.2 ਤੇ ਕਰਨੀ ਹੈ, ਤੇ ਜਿਹੜਾ ਸਪੀਕਰ ਕਰਨਾ ਹੈ ਉਹ ਹਮੇਸ਼ਾ ਰੈਂਡਮ ਚੂਜ਼ ਕਰਨਾ ਹੈ। ਕਿਉਂਕਿ ਉਸ ਤੋਂ ਬਾਅਦ ਕੀ ਹੈਗਾ ਕਿ ਜਦੋਂ ਵੀ ਤੁਸੀਂ, ਜਿਵੇਂ ਮੈਂ ਸਕਰੀਨ ਤੇ ਸ਼ੋ ਹੋ ਰਿਹਾ ਕਿ ਜਦੋਂ ਵੀ ਇਹ ਬਲੈਂਕ ਚੱਲੇਗੀ, ਜਦੋਂ ਆਡੀਓ ਚੱਲੇਗੀ ਤਾਂ ਤੁਸੀਂ ਕੀ ਕਰਨਾ ਹੈ ਕਿ ਆਪਣੇ ਨੋਟਸ ਦੀ ਸਟ੍ਰੈਟਜੀ ਨੂੰ ਡਿਸਾਈਡ ਕਰਨਾ ਹੈ। ਕਿਉਂਕਿ ਕਈ ਸਟੂਡੈਂਟਸ ਕਰਦੇ ਨੇ ਕਿ ਜਦੋਂ ਉਹਨੇ ਬਲੈਂਕ ਸੁਣੀ ਤਾਂ ਉਹ ਡਾਇਰੈਕਟ ਜਿਹੜਾ ਹੈਗਾ ਆਪਸ਼ਨ ਉਹਦੇ ਵਿੱਚ ਫਿਲ ਕਰਦੇ ਨੇ, ਬਟ ਐਦਾਂ ਤੁਸੀਂ ਨਹੀਂ ਕਰਨਾ। ਕਿਉਂਕਿ ਜੇ ਤੁਸੀਂ ਐਵੇਂ ਕਰਦੇ ਹੋ ਤਾਂ ਬੈਟਰ ਹੈ, ਬਟ ਇਨ ਕੇਸ ਜੇ ਤੁਹਾਡੀਆਂ ਬਲੈਂਕਸ ਬਹੁਤ ਨੀਅਰ ਬਾਏ ਨੇ, ਫੋਰ ਐਗਜ਼ਾਮਪਲ ਜਿਹੜੀ ਸੈਕਿੰਡ ਬਲੈਂਕ ਹੈ ਉਹ ਇੱਥੇ ਪਈ ਹੈ, ਥਰਡ ਬਲੈਂਕ ਇੱਥੇ ਹੈ ਤੇ ਫੋਰਥ ਬਲੈਂਕ ਇੱਥੇ ਹੈ, ਸੋ ਇਸ ਕੇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜੇ ਨੋਟਸ ਨੇ ਉਹ ਆਪਣੇ ਇਰੇਜ਼ੇਬਲ ਨੋਟਪੈਡ ਤੇ ਨੋਟ ਕਰਨੇ ਨੇ, ਬਲੈਂਕਸ ਦੇ ਜਿਹੜੇ ਆਨਸਰ ਨੇ ਉਸ ਤੋਂ ਬਾਅਦ ਤੁਸੀਂ ਫਿਲ ਕਰਨਾ ਹੈ। ਔਰ ਜਦੋਂ ਵੀ ਤੁਸੀਂ ਬਲੈਂਕਸ ਨੂੰ ਨੋਟਸ ਕਰਦੇ ਹੋ, ਮਤਲਬ ਜਦੋਂ ਇਰੇਜ਼ੇਬਲ ਨੋਟਪੈਡ ਤੇ ਤੁਸੀਂ ਨੋਟ ਕਰਦੇ ਹੋ ਤਾਂ ਉਸ ਟਾਈਮ ਪੀਰੀਅਡ ਦੇ ਵਿੱਚ ਡਿਊਰਿੰਗ ਆਡੀਓ ਵੀ ਚੱਲ ਰਹੀ ਹੈ ਤੁਹਾਡੀ, ਤਾਂ ਤੁਸੀਂ ਜਿਹੜਾ ਆਪਣਾ ਫੋਕਸ ਹੈ ਉਹ ਇੱਥੇ ਹੀ ਰੱਖਣਾ ਹੈ। ਮਤਲਬ ਐਦਾਂ ਨਹੀਂ ਕਰਨਾ ਕਿ ਤੁਸੀਂ ਆਹ ਬਲੈਂਕ ਸੁਣ ਲਈ ਤਾਂ ਤੁਸੀਂ ਕਾਪੀ ਤੇ ਲਿਖਣ ਲੱਗ ਗਏ, ਇਹ ਚੀਜ਼ ਨਹੀਂ ਕਰਨੀ। ਕਿਉਂਕਿ ਜੇ ਤੁਸੀਂ ਐਵੇਂ ਕਰ ਲਿਆ ਕਿ ਤੁਸੀਂ ਸਕਰੀਨ ਨਹੀਂ ਦੇਖੀ ਤਾਂ ਤੁਸੀਂ ਅੱਗੇ ਲਿਖਣਾ ਸ਼ੁਰੂ ਕਰਤਾ ਤਾਂ ਤੁਸੀਂ ਲੱਭਦੇ ਰਹਿ ਜਾਂਦੇ ਆ ਕਿ ਤੁਸੀਂ ਕਿਹੜੀ ਬਲੈਂਕ ਤੁਹਾਡੀ ਕਿੱਥੇ ਗਈ ਤੇ ਕਿਹੜੀ ਆਪਸ਼ਨ ਤੁਸੀਂ ਫਿਲ ਕਰਨੀ ਹੈ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਤੇ ਉਸ ਤੋਂ ਬਾਅਦ ਹੈਗਾ ਕਿ ਤੁਹਾਡਾ ਇੱਥੇ ਗ੍ਰਾਮਰ ਦਾ ਕਿੰਨਾ ਕੁ ਯੂਜ਼ ਹੈ, ਤਾਂ ਮੈਂ ਉਹ ਤੁਹਾਡੇ ਨਾਲ ਡਿਸਕਸ ਕਰਾਂਗੀ ਜਦੋਂ ਵੀ ਲਿਸਨਿੰਗ ਫਿਲਿੰਗ ਦਾ ਬਲੈਂਕ ਸਟਾਰਟ ਹੁੰਦਾ। ਤਾਂ ਜਿਵੇਂ ਇੱਥੇ ਤਾਂ ਇਹ ਹੈਗਾ ਕਿ ਨਾਲ ਦੀ ਨਾਲ ਆਡੀਓ ਸਟਾਰਟ ਹੋ ਜਾਏਗੀ, ਬਟ ਇਨ ਕੇਸ ਆਫ ਫਾਈਨਲ ਐਗਜ਼ਾਮ ਤੁਹਾਡੇ ਕੋਲ 8 ਸੈਕਿੰਡ ਦਾ ਟਾਈਮ ਹੁੰਦਾ ਹੈ। ਵਿਦਿਨ 8 ਸੈਕਿੰਡ ਤੁਸੀਂ ਇਹ ਚੈੱਕ ਕਰ ਲਓ ਕਿ ਤੁਹਾਡੇ ਕੋਲ ਕਿੰਨੀਆਂ ਬਲੈਂਕਸ ਨੇ, ਤੇ ਬਲੈਂਕਸ ਦੇ ਅੱਗੇ ਪਿੱਛੇ ਤੁਸੀਂ ਥੋੜਾ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਕੋਲ ਗ੍ਰਾਮਰ ਦਾ ਕੀ ਯੂਜ਼ ਹੋ ਰਿਹਾ। ਸੋ ਮੈਂ ਅੱਜ ਦੀ ਜਿਹੜੀ ਮੇਰੀ ਵੀਡੀਓ ਹੈਗੀ ਆ ਉਹ ਸਪੈਸ਼ਲ ਇਸੀ ਤੇ ਹੈਗੀ ਹੈ ਕਿ ਤੁਸੀਂ ਗ੍ਰਾਮਰ ਤੋਂ ਕਿਵੇਂ ਦੇਖ ਸਕਦੇ ਹੋ ਕਿ ਇੱਥੇ ਗ੍ਰਾਮਰ ਦਾ ਯੂਜ਼ ਕਰਕੇ ਇਨ ਕੇਸ ਜੇ ਤੁਸੀਂ ਕੋਈ ਬਲੈਂਕ ਮਿਸ ਕਰਤੀ, ਐਸ ਹੋ ਗਿਆ ਜਾਂ ES ਦੀ ਸਪੈਸ਼ਲੀ ਜਾਂ ਫਿਰ ED ਦੀ ਹੋ ਗਈ ਕਿ ਤੁਸੀਂ ED ਦੀ ਮਿਸਟੇਕ ਕਰ ਰਹੇ ਹੋ, ਤਾਂ ਤੁਸੀਂ ਅੱਜ ਦੀ ਵੀਡੀਓ 'ਚ ਇਹ ਸਾਰਾ ਕੁਝ ਸਿੱਖ ਸਕਦੇ ਹੋ। ਚਲੋ ਆਪਾਂ ਸਟਾਰਟ ਕਰਦੇ ਹਾਂ। So 2 decades later, what's changed? It's now widely recognized that just 20% of health outcomes are tied to medical care, whereas up to 70% are tied to healthy behaviors and what's called the social determinants of health. Basically, everything that happens to us for that vast majority of time when we're not in the doctor's office or the hospital. Healthcare executives now routinely remind us that our zip code matters more than our genetic code. And one healthcare publication even recently had the audacity to describe the social determinants of health as the feel-good buzzword of the year. ਸੋ ਜਿਹੜਾ ਮੈਂ ਇੱਥੇ ਨੋਟ ਕੀਤਾ ਹੈ, ਸੋ ਫਸਟ ਆਪਣੇ ਆਪਸ਼ਨ ਹੈਗੀ ਹੈ ਆਊਟਕਮਸ, ਜਿਹੜੀ ਫਸਟ ਬਲੈਂਕ ਦੇ ਵਿੱਚ ਆਉਣੀ ਹੈ ਪਰਸੈਂਟ ਆਫ ਹੈਲਥ ਆਊਟਕਮ। ਸੈਕਿੰਡ ਹੈਗਾ ਡਿਟਰਮੀਨੈਂਟਸ, ਨੈਕਸਟ ਇਜ਼ ਦੀ majority of time executives, ਤੇ ਨੈਕਸਟ ਹੈਗਾ ਔਡੈਸਿਟੀ। ਸੋ ਪਹਿਲਾਂ ਤਾਂ ਜਦੋਂ ਵੀ ਤੁਸੀਂ ਬਲੈਂਕਸ ਨੂੰ ਫਿਲ ਕਰ ਲਿਆ ਜੋ ਤੁਹਾਨੂੰ ਸੁਣਿਆ, ਇਨ ਕੇਸ ਜੇ ਤੁਸੀਂ ਕੋਈ ਬਲੈਂਕ ਮਿਸ ਕਰਤੀ ਜਾਂ ਤੁਹਾਡੇ ਕੋਲੋਂ ਐਸ ਮਿਸ ਹੋ ਗਿਆ, ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ। ਬਟ ਇਨ ਕੇਸ ਜੇ ਤੁਹਾਡੇ ਕੋਲ ਕੋਈ ਬਲੈਂਕ ਮਿਸ ਹੋ ਗਈ, ਮਤਲਬ ਜਦੋਂ ਤੁਸੀਂ ਨੋਟ ਕਰ ਰਹੇ ਹੋ ਤਾਂ ਜਿਵੇਂ ਇੱਥੇ
5 ਬਲੈਂਕਸ ਨੇ, ਤਾਂ ਤੁਸੀਂ ਜਿਹੜਾ ਨੋਟ ਡਾਊਨ ਤੁਹਾਡੀ ਜਿਹੜੀ ਸਟ੍ਰੈਟਜੀ ਹੋਣੀ ਚਾਹੀਦੀ ਹੈ ਉਹ ਵਰਟੀਕਲ ਡਾਇਰੈਕਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਤੁਸੀਂ ਫਸਟ 2 ਨੋਟ ਕਰ ਲਿਆ, ਤੁਹਾਡੀ ਥਰਡ ਮਿਸ ਹੋ ਗਈ ਤਾਂ ਤੁਸੀਂ ਉੱਥੇ ਡੈਸ਼ ਮਾਰ ਦਿਓ, ਉਸ ਤੋਂ ਬਾਅਦ ਤੁਸੀਂ ਫੋਰਥ ਤੇ ਫਿਫਥ ਨੋਟ ਕਰਨੀ ਹੈ। ਇਹ ਦੱਸਣ ਦਾ ਰੀਜ਼ਨ ਸਿਰਫ ਇੰਨਾ ਹੈ ਕਿ ਕਈ ਸਟੂਡੈਂਟਸ ਜਿਹੜੇ ਨੋਟ ਡਾਊਨ ਕਰਦੇ ਨੇ ਉਹ 4 ਨੋਟ ਡਾਊਨ ਕਰ ਲੈਣਗੇ, ਬਟ ਅਗਰ ਤੁਸੀਂ ਥਰਡ ਇੱਥੇ ਫਿਲ ਕਰਤੀ, ਫੋਰਥ ਇੱਥੇ ਫਿਲ ਕਰਤੀ, ਮਿਸ ਤੁਸੀਂ ਤੀਜੀ ਕੀਤੀ ਹੈ, ਤਾਂ ਤੁਹਾਡੀਆਂ ਸਾਰੀਆਂ ਹੀ ਗਲਤ ਹੋਣਗੀਆਂ। ਜਿਹੜੀਆਂ ਲਿਸਨਿੰਗ ਫਿਲਿੰਗ ਦਾ ਬਲੈਂਕਸ ਨੇ ਕਾਫੀ ਇੰਪੋਰਟੈਂਟ ਟੌਪਿਕ ਹੈ ਤੁਹਾਡਾ PTE ਦਾ, ਸੋ ਤੁਸੀਂ ਇਹਦੇ ਤੇ ਕਾਫੀ ਫੋਕਸ ਕਰਕੇ ਇਹਨੂੰ ਨੋਟ ਕਰਨਾ ਹੈ। ਸੋ ਪਹਿਲਾਂ ਤਾਂ ਮੈਂ ਇੱਥੇ ਜਿਹੜੀਆਂ ਬਲੈਂਕਸ ਨੇ ਉਹ ਫਿਲ ਕਰਤੀਆਂ। ਫਸਟ ਸੀਗੀ ਆਊਟਕਮ, ਸੈਕਿੰਡ ਸੀਗੀ ਡਿਟਰਮੀਨੈਂਟਸ, ਮੈਜੋਰਿਟੀ, ਐਗਜ਼ੈਕਟਿਵਸ ਤੇ ਅਡਾਸਿਟੀ। ਉਸ ਤੋਂ ਬਾਅਦ ਅਸੀਂ ਦੇਖਣਾ ਕਿ ਇੱਥੇ ਐਸ ਵਰਡ ਉਹਨੇ ਕਿਉਂ ਯੂਜ਼ ਕੀਤਾ, ਮਤਲਬ ਇਨ ਕੇਸ ਜੇ ਤੁਹਾਨੂੰ ਸੁਣਨ 'ਚ ਪ੍ਰੋਬਲਮ ਆਈ ਹੈ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹਨਾਂ ਜਿਹੜੀ ਫਿਗਰਸ ਯੂਜ਼ ਕੀਤੀਆਂ ਨੇ, ਇੱਥੇ ਨੰਬਰ ਹੈ ਤੁਹਾਡੇ ਕੋਲ 20%। ਸੋ ਇਹ ਇੱਕ ਫਿਗਰ ਹੋ ਗਈ, ਤਾਂ ਜਿੱਥੇ ਤੁਹਾਡੇ ਕੋਲ ਫਿਗਰ ਦਾ ਆ ਜਾਏ ਕਿ ਮਤਲਬ 20%, 30%, 40%, ਤਾਂ ਉੱਥੇ ਤੁਸੀਂ ਹਮੇਸ਼ਾ ਐਸ ਯੂਜ਼ ਕਰਦੇ ਆ। ਉਸ ਤੋਂ ਬਾਅਦ ਉਹਨੇ ਕਿਹਾ ਕਿ ਜਿਹੜੀ ਤੁਹਾਡੀ ਸੈਕਿੰਡ ਲਾਈਨ ਹੈ ਉੱਥੇ 70% ਆਰ ਟਾਇਰ ਟੂ, ਤਾਂ ਇੱਥੇ ਵੀ ਜਿਹੜੀ ਗੱਲ ਹੋਈ ਹੈ ਉਹ ਫਿਗਰਸ ਦੀ ਗੱਲ ਹੋਈ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਹੈਲਦੀ ਬਿਹੇਵੀਅਰਸ, ਦੈਨ ਉਸ ਤੋਂ ਬਾਅਦ ਹੈਗਾ ਵਰਡਸ ਕਾਲ ਦੀ ਸੋਸ਼ਲ। ਸੋ ਇੱਥੇ ਅਗਰ ਬਿਹੇਵੀਅਰਸ ਹੈ ਤਾਂ ਇੱਥੇ ਵੀ ਡਿਟਰਮੀਨੈਂਟਸ ਹੀ ਆਏਗਾ। ਤੁਸੀਂ ਇਸ ਚੀਜ਼ ਤੋਂ ਗੈਸ ਕਰ ਸਕਦੇ ਹੋ ਕਿ ਇੱਥੇ ਐਸ ਹੈ ਜਾਂ ਨਹੀਂ ਹੈਗਾ। ਜੇ ਤੁਹਾਨੂੰ ਸੁਣ ਗਿਆ ਤਾਂ ਠੀਕ ਹੈ, ਅਗਰ ਇਨ ਕੇਸ ਤੁਹਾਨੂੰ ਨਹੀਂ ਸੁਣਿਆ ਤਾਂ ਤੁਸੀਂ ਐਵੇਂ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਸੀਗਾ ਮੈਜੋਰਿਟੀ, ਜਿਹੜੀ ਆਪਣੀ ਨੈਕਸਟ ਆਪਸ਼ਨ ਸੀਗੀ। ਉਸ ਤੋਂ ਬਾਅਦ ਇੱਥੇ ਵੀ ਐਸ ਹੀ ਯੂਜ਼ ਕੀਤਾ ਆਪਾਂ ਨੇ, ਤਾਂ ਇੱਥੇ ਐਸ ਕਿਉਂ ਯੂਜ਼ ਹੋਇਆ, ਕਿਉਂਕਿ ਇੱਥੇ ਉਹਨੇ ਕਿਹਾ ਸੀਗਾ ਕਿ ਦੈਟ ਹੈਪਨ ਟੂ ਅਸ ਫॉर ਦੀ ਵਾਸਟ ਮੈਜੋਰਿਟੀ ਆਫ ਟਾਈਮ ਵੀ ਆਰ ਨਾਟ ਇਨ ਦੀ ਡਾਕਟਰਸ ਆਫਿਸ। ਸੋ ਇੱਥੇ ਜਿਹੜਾ ਵੀ ਸੀਗਾ ਉਹ ਹੈਲਥ ਕੇਅਰ ਨਾਲ ਰਿਪਲੇਸ ਹੋਇਆ, ਮਤਲਬ ਜਿਹੜਾ ਇਹ ਸੀਗਾ ਇਹ ਨੈਕਸਟ ਜਿਹੜਾ ਸਾਡਾ ਸੀਗਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਬਜੈਕਟ ਸੀਗਾ ਉਹ ਇੱਥੇ ਐਵੇਂ ਚੇਂਜ ਹੋਇਆ ਹੈਲਥ ਕੇਅਰ ਦੇ ਨਾਲ, ਤਾਂ ਕਰਕੇ ਅਸੀਂ ਇੱਥੇ ਯੂਜ਼ ਕੀਤਾ ਐਸ। ਤੇ ਲਾਸਟ ਹੋ ਗਿਆ ਸਾਡਾ ਇਹ, ਤੇ ਉਸ ਤੋਂ ਬਾਅਦ ਆਪਾਂ ਚੈੱਕ ਕਰਦੇ ਹਾਂ। ਸੋ ਇਹ ਆਪਣੇ ਆਨਸਰ ਸੀਗੇ। ਤਾਂ ਐਵੇਂ ਮੈਂ ਇੱਕ ਹੋਰ ਐਗਜ਼ਾਮਪਲਸ ਲਈਆਂ ਨੇ, ਆਪਾਂ ਚੈੱਕ ਕਰਦੇ ਹਾਂ ਕਿ ਉੱਥੇ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ। ਸੋ ਨੈਕਸਟ ਹੈਗੀਆਂ ਨੇ ਪੇਜ ਨੰਬਰ 3। ਨੈਕਸਟ ਹੈਗੀ ਹੈ ਤੁਹਾਡੀ ਆਨਲਾਈਨ ਡੇਟਿੰਗ। Brooke and her colleague Mark Newman studied who swapped messages with whom on a popular online dating platform in the month of January 2014. They categorized users by desirability using PageRank, one of the algorithms behind search technology. Essentially, if you receive a dozen messages from desirable users, you must be more desirable than someone who receives the same number of messages from average users. Then they asked, how far out of their league do online daters tend to go when pursuing a partner? I think people are optimistic realists. In other words, they found that both men and women tended to pursue mates just 25% more desirable than themselves. So they're being optimistic, but they're also taking into account their own relative position within this overall desirability hierarchy, and the study did have a few more lessons for people on the market. I think one of the take-home messages from this study is that women could probably afford to be more aspirational in their mate pursuit. ਸੋ ਇਹਦੇ ਵਿੱਚ ਜਦੋਂ ਵੀ ਤੁਹਾਡੇ ਕੋਲ 8 ਸੈਕਿੰਡ ਦਾ ਟਾਈਮ ਹੋਏਗਾ, ਜਦੋਂ ਤੁਹਾਡੀ ਆਡੀਓ ਸਟਾਰਟ ਹੋਏਗੀ, ਤਾਂ ਤੁਸੀਂ ਅਗੇਨ ਇਸ ਪੈਰਾਗ੍ਰਾਫ ਦੇ ਵਿੱਚ ਚੈੱਕ ਕਰਨਾ ਹੈ। ਇੱਕ ਤਾਂ ਤੁਸੀਂ ਚੈੱਕ ਕਰਨਾ ਹੈ ਕਿ ਗ੍ਰਾਮਰ ਦੇ ਕਿਹੜੇ ਵਰਬ ਦੇ ਵਿੱਚ ਗੱਲ ਹੋ ਰਹੀ ਹੈ, ਪ੍ਰੈਜ਼ੈਂਟ ਹੈ ਜਾਂ ਪਾਸਟ ਦੇ ਵਿੱਚ ਗੱਲ ਹੋ ਰਹੀ ਹੈ। ਉਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਨੰਬਰ ਆਫ ਬਲੈਂਕਸ। ਮੈਂ ਹਮੇਸ਼ਾ ਨੰਬਰ ਆਫ ਬਲੈਂਕਸ ਹੀ ਕਿਉਂ ਕਹਿੰਦੀ ਹਾਂ, ਕਿਉਂਕਿ ਕੁਝ ਬੱਚੇ ਮਿਸ ਕਰ ਦਿੰਦੇ ਨੇ, ਮਤਲਬ ਉਹਨਾਂ ਨੇ ਕਾਲੀ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਇੱਕ ਅੱਧੀ ਜਿਹੜੀ ਬਲੈਂਕ ਹੈ ਉਹ ਮਿਸ ਕਰਤੀ। ਸੋ ਆਪਾਂ ਇਹਨਾਂ ਨੂੰ ਫਿਲ ਕਰਦੇ ਹਾਂ ਜੋ ਮੈਨੂੰ ਸੁਣਿਆ। ਫਸਟ ਜਿਹੜੀ ਸੀਗੀ ਉਹ ਸੀਗੀ ਡੇਟਿੰਗ। ਉਸ ਤੋਂ ਬਾਅਦ ਨੈਕਸਟ ਸੀਗੀ, ਸੋ ਆਪਣਾ ਇੱਥੇ ਫੁੱਲ ਸਟਾਪ ਯੂਜ਼ ਹੋਇਆ। ਜੇ ਤੁਸੀਂ ਦੇਖੋ ਤਾਂ ਇੱਥੇ ਆਪਣੀ ਲਾਈਨ ਫੁੱਲ ਸਟਾਪ ਹੋਗੀ। ਸੋ ਇੱਥੇ ਜਿਹੜਾ ਲੈਟਰ ਆਏਗਾ ਉਹ ਹਮੇਸ਼ਾ ਜਿਹੜੀ ਲਾਈਨ ਹੋਏਗੀ ਉਹ ਕੈਪੀਟਲ ਤੋਂ ਸਟਾਰਟ ਹੋਏਗੀ ਅਸੈਂਸ਼ਲੀ। ਨੈਕਸਟ ਸੀਗਾ ਆਪਣੇ ਕੋਲ realists, lessons, next is mate। ਸੋ ਮੈਂ ਇਹ ਐਗਜ਼ਾਮਪਲ ਵੀ ਤੁਹਾਡੇ ਨਾਲ ਕਿਉਂ ਡਿਸਕਸ ਕਰ ਰਹੀ ਹਾਂ, ਕਿਉਂਕਿ ਐਗਜ਼ਾਮਪਲਸ ਤਾਂ ਬਹੁਤ ਸਾਰੇ ਨੇ। ਤਾਂ ਇੱਥੇ ਆਪਾਂ ਨੇ ਗੱਲ ਕਰੀ ਹੈ ਕਿ ਜਿਹੜੀ ਸਾਡੀ ਫਸਟ ਉਹ ਸੀਗੀ ਜਿਹੜਾ ਫਸਟ ਸੀਗਾ ਉਹ ਹੈਗਾ ਆਪਣੇ ਕੋਲ ਕੈਟਾਗਰਾਈਜ਼ਡ। Categorized users, essentially, then realists, then lessons, then mate।
ਸੋ ਜਿਹੜੀ ਫਸਟ ਆਪਣੇ ਕੋਲ ਗੱਲ ਹੋਈ ਹੈ, ਇੱਥੇ ਉਹਨੇ ਜਿਹੜੀ ਵਰਬ ਹੈਗੀ ਹੈ ਉਹਦੇ 'ਚ ਉਹਨੇ ਯੂਜ਼ ਕੀਤਾ ਹੈ ਕੈਟਾਗਰਾਈਜ਼ਡ। ਸੋ ਇੱਥੇ ਥਰਡ ਫਾਰਮ ਆਫ ਦੀ ਵਰਬ ਯੂਜ਼ ਹੋ ਰਹੀ ਹੈ, ਕਿਉਂਕਿ ਉਹਨੇ ਕਿਹਾ ਕਿ ਥਰਡ ਫਾਰਮ ਆਫ ਵਰਬ ਕਿਉਂ ਯੂਜ਼ ਹੋ ਰਹੀ ਹੈ, ਕਿਉਂਕਿ ਜਿਹੜਾ ਟਾਈਮ ਪੀਰੀਅਡ ਹੈ ਉਹਨੇ ਮਤਲਬ ਜਿਹੜੀ ਆਪਣੇ ਨਾਲ ਆਨਲਾਈਨ ਡੇਟਿੰਗ ਪਲੇਟਫਾਰਮ ਦੀ ਗੱਲ ਕੀਤੀ ਹੈ ਇਨ ਦੀ ਮੰਥ ਆਫ ਜਨਵਰੀ 2014, ਮਤਲਬ ਉਸ ਟਾਈਮ ਤੋਂ ਪਹਿਲੇ ਦੀ ਗੱਲ ਕੀਤੀ ਹੈ। ਸੋ ਆਪਾਂ ਜਿਹੜੀ ਫਰਸਟ ਬਲੈਂਕ ਹੈਗੀ ਹੈ ਉਹਦੇ 'ਚ ਅਗਰ ਤੁਹਾਨੂੰ ਕੈਟਾਗਰਾਈਜ਼ ਵੈਸੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸੁਣ ਰਿਹਾ, ਬਟ ਇਨ ਕੇਸ ਅਗਰ ਨਹੀਂ ਸੁਣ ਰਿਹਾ ਤਾਂ ਤੁਸੀਂ ਇੱਥੇ ਇਹਦੀ ਹੀ ਫਾਰਮ ਯੂਜ਼ ਕਰਨੀ ਹੈ, ਕਿਉਂਕਿ ਇੱਥੇ ਟਾਈਮ ਪੀਰੀਅਡ ਦੀ ਗੱਲ ਹੋਈ ਹੈ, ਮਤਲਬ ਇਸ ਟਾਈਮ ਦੀ ਗੱਲ ਨਹੀਂ ਹੋ ਰਹੀ, ਜਨਵਰੀ 2014 ਦੀ ਗੱਲ ਹੋ ਰਹੀ ਹੈ। ਸੋ ਜਿਹੜੀ ਸੈਕਿੰਡ ਲਾਈਨ ਹੈ ਉਹਦੇ ਵਿੱਚ ਕਲੀਅਰਲੀ ਸੁਣਿਆ ਸੀ, ਅਸੈਂਸ਼ਲੀ ਉਹਨੇ ਕਿਹਾ ਸੀਗਾ, ਬਟ ਜਿਹੜੀ ਬੱਚੇ ਮਿਸਟੇਕ ਕਰਦੇ ਨੇ, ਜਦੋਂ ਵੀ ਲਾਈਨ ਤੁਹਾਡੀ ਇੱਥੇ ਫੁੱਲ ਸਟਾਪ ਆ ਗਿਆ ਤਾਂ ਤੁਸੀਂ ਜਦੋਂ ਲਾਈਨ ਨੈਕਸਟ ਲਾਈਨ ਸਟਾਰਟ ਕਰਨੀ ਹੈ ਤਾਂ ਉੱਥੇ ਹਮੇਸ਼ਾ ਜਿਹੜਾ ਵੀ ਵਰਡ ਹੋਏਗਾ ਉਹਦਾ ਜਿਹੜਾ ਵਰਡ ਦਾ ਫਸਟ ਲੈਟਰ ਹੋਏਗਾ ਉਹ ਹਮੇਸ਼ਾ ਕੈਪੀਟਲ ਲੈਣਾ, ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਉਸ ਤੋਂ ਬਾਅਦ ਨੈਕਸਟ ਜਿਹੜੀ ਥਰਡ ਲਾਈਨ ਹੈਗੀ ਹੈ ਉਹਦੇ ਵਿੱਚ ਵੀ ਉਹਨੇ ਜਿਹੜਾ ਵਰਡ ਹੈਗਾ ਰੀਅਲਿਸਟ ਉਹਦੇ ਵਿੱਚ ਐਸ ਯੂਜ਼ ਕੀਤਾ ਹੈ। ਸੋ ਇੱਥੇ ਕਿਉਂ ਯੂਜ਼ ਕੀਤਾ ਆਪਾਂ ਨੇ, ਕਿਉਂਕਿ ਉੱਥੇ ਲਿਖਿਆ ਆਈ ਥਿੰਕ ਪੀਪਲ ਆਰ ਆਪਟੀਮਿਸਟਿਕ ਰੀਅਲਿਸਟ। ਸੋ ਆਰ ਵਰਡ ਜਿੱਥੇ ਆ ਗਿਆ ਤਾਂ ਉੱਥੇ ਆਪਣੇ ਕੋਲ ਕੀ ਹੋਏਗਾ, ਐਸ। ਉਸ ਤੋਂ ਬਾਅਦ ਨੈਕਸਟ ਹੈਗਾ ਲੈਸਨਸ, ਇੱਥੇ ਵੀ ਐਸ ਹੀ ਯੂਜ਼ ਹੋਇਆ। ਤਾਂ ਲੈਸਨਸ ਕਿਉਂ ਆ ਗਿਆ, ਕਿਉਂਕਿ ਇੱਥੇ ਮੋਰ ਦੀ ਗੱਲ ਹੋਗੀ, ਫਿਊ ਮੋਰ ਲੈਸਨ। ਜੇ ਫਿਊ ਦੀ ਅਗਰ ਆਪਾਂ ਗੱਲ ਕਰੀਏ ਤਾਂ ਫਿਊ ਵੀ ਇੱਕ ਤਰ੍ਹਾਂ ਨਾਲ ਇੱਕ ਫਿਗਰ ਹੀ ਹੈ, ਮਤਲਬ ਕੁਛ ਹੋ ਗਿਆ ਜਾਂ ਫਿਰ ਜ਼ਿਆਦਾ ਹੋ ਗਿਆ, ਤਾਂ ਫਿਊ ਮੋਰ ਮਤਲਬ ਕੁਛ ਹੋਰ ਲੈਸਨਸ ਫॉर ਪੀਪਲ ਔਨ ਦੀ ਮਾਰਕੀਟ। ਤੇ ਨੈਕਸਟ ਜਿਹੜਾ ਸੀਗਾ ਉਹ ਮੇਡ ਸੀਗਾ। ਸੋ ਆਪਾਂ ਆਪਣੇ ਆਨਸਰ ਚੈੱਕ ਕਰ ਲੈਂਦੇ ਹਾਂ। ਸੋ ਆਨਸਰਸ ਇਹ ਨੇ। ਸੋ ਤੁਸੀਂ ਕਿਵੇਂ ਜੱਜ ਕਰ ਸਕਦੇ ਹੋ ਕਿ ਥਰਡ ਫਾਰਮ ਯੂਜ਼ ਹੋਈ, ਕਿਉਂਕਿ ਇੱਥੇ ਪਾਸਟ ਦੇ ਵਿੱਚ ਗੱਲ ਹੋਈ ਤਾਂ ਆਪਾਂ ਥਰਡ ਫਾਰਮ ਯੂਜ਼ ਕੀਤੀ, ਇੱਥੇ ਲਾਈਨ ਫੁੱਲ ਸਟਾਪ ਸੀਗੀ ਤਾਂ ਆਪਾਂ ਜਿਹੜਾ ਫਸਟ ਲੈਟਰ ਸੀਗਾ ਉਹ ਕੈਪੀਟਲ ਲਿਆ। ਉਸ ਤੋਂ ਬਾਅਦ ਇੱਥੇ ਆਰ ਸੀਗਾ, ਉਹਦੇ ਅਕੋਰਡਿੰਗ ਇੱਥੇ ਐਸ ਆਏਗਾ। ਤੇ ਨੈਕਸਟ ਇੱਥੇ ਵੀ ਫਿਊ ਮੋਰ ਹੈ, ਮੀਨਸ ਕੁਝ ਫਿਗਰਸ ਦੀ ਗੱਲ ਹੋ ਰਹੀ ਹੈ, ਦੈਨ ਵੀ ਟੇਕ ਲੈਸਨਸ। ਐਂਡ ਦਿਸ ਵਨ ਦੀ ਲਾਸਟ। ਇੱਕ ਦੋ ਐਗਜ਼ਾਮਪਲਸ ਹੋਰ ਕਰਕੇ ਦੇਖਦੇ ਹਾਂ ਆਪਾਂ। ਨੈਕਸਟ ਹੈਗੀ ਹੈ ਫਾਈਨੈਂਸ਼ੀਅਲ ਮਾਰਕੀਟਸ। Financial markets. ਸੋ ਮੈਂ ਤੁਹਾਡੇ ਨਾਲ ਉਹੀ ਐਗਜ਼ਾਮਪਲਸ ਡਿਸਕਸ ਕਰ ਰਹੀ ਹਾਂ ਜਿੱਥੇ ਕੋਈ ਗ੍ਰਾਮਰ ਦਾ ਯੂਜ਼ ਹੋ ਰਿਹਾ ਹੈ। ਐਜ਼ ਸੱਚ ਜਿਹੜਾ ਲਿਸਨਿੰਗ ਫਿਲਿੰਗ ਦਾ ਬਲੈਂਕਸ ਹੈ ਉਹਦੇ ਵਿੱਚ ਸਾਡੀਆਂ ਟਿਪਸ ਔਰ ਟ੍ਰਿਕਸ ਹੀ ਕੰਮ ਆਉਂਦੀਆਂ ਨੇ। ਟਿਪ ਟ੍ਰਿਕਸ ਸਿਰਫ ਇਹੀ ਹੈ ਕਿ ਜਦੋਂ ਵੀ ਤੁਹਾਡੇ ਕੋਲ ਆਡੀਓ ਚੱਲ ਰਹੀ ਹੈ ਤੇ ਤੁਸੀਂ ਜਦੋਂ ਆਨਸਰਸ ਨੋਟ ਡਾਊਨ ਕਰ ਰਹੇ ਹੋ, ਜਿਵੇਂ ਇਹ ਬਲੈਂਕ ਮੈਂ ਤੁਹਾਡੇ ਸਾਹਮਣੇ ਇਸ ਕਰਕੇ ਲਈ ਹੈ ਕਿਉਂਕਿ ਇੱਥੇ ਅਗਰ ਤੁਸੀਂ ਦੇਖੋ ਤਾਂ ਦੋ ਬਲੈਂਕਸ ਦੇ ਵਿੱਚ ਸਿਰਫ ਐਂਡ ਦਾ ਡਿਫਰੈਂਸ ਹੈ। ਸੋ ਜੇ ਤੁਸੀਂ ਇੱਥੇ ਫਿਲ ਕਰੋਗੇ ਫਿਰ ਤੁਹਾਡਾ ਇਹ ਵਰਡ ਮਿਸ ਹੋ ਸਕਦਾ ਹੈ, ਕਿਉਂਕਿ ਤੁਸੀਂ ਇੱਥੇ ਤੁਹਾਡਾ ਫੋਕਸ ਚਲੇ ਜਾਣਾ ਕਿ ਤੁਸੀਂ ਤੀਜੀ ਬਲੈਂਕ ਦੇ ਵਿੱਚ ਕੀ ਫਿਲ ਕਰਨਾ ਹੈ। ਸੋ ਤੁਸੀਂ ਆਪਣੀ ਜਿਹੜੀ ਨੋਟਸ ਦੀ ਸਟ੍ਰੈਟਜੀ ਹੈ ਹਮੇਸ਼ਾ ਇਹ ਰੱਖਣੀ ਹੈ ਕਿ ਤੁਸੀਂ ਆਪਣਾ ਧਿਆਨ ਹਮੇਸ਼ਾ ਸਕਰੀਨ ਤੇ ਰੱਖਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਕਾਪੀ ਤੇ ਵਰਡਸ ਨੂੰ ਨੋਟ ਕਰਨਾ ਹੈ। ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਤੁਸੀਂ। ਚਲੋ ਸਟਾਰਟ ਕਰਦੇ ਹਾਂ। On wildly yesterday in frenzied trading market by further selling of equities and fears about an unravelling of the global carry trade. At the same time, trading in the European credit markets in London was exceptionally heavy for a third consecutive day. London trading was marked by particularly wild swings in the prices of credit derivatives, used to insure investors against corporate defaults. ਸੋ ਜਿਹੜੀ ਸਾਡੇ ਕੋਲ ਬਲੈਂਕ ਸੀਗੀ ਉਹ ਫਾਈਨੈਂਸ਼ੀਅਲ ਮਾਰਕੀਟਿੰਗ ਦੇ ਸੀਗੀ। ਸੋ ਪਹਿਲਾ ਜਿਹੜਾ ਸੀਗਾ ਇਕੁਇਟੀਜ਼ ਐਂਡ ਫੀਅਰਸ, ਕਿਉਂਕਿ ਜੇ ਆਪਾਂ ਇੱਥੇ ਐਸ ਲੈ ਰਹੇ ਹਾਂ ਤਾਂ ਇੱਥੇ ਵੀ ਐਸ ਆਏਗਾ, ਕਿਉਂਕਿ ਇੱਥੇ ਜਿਹੜੀ ਉਹਨੇ ਗੱਲ ਕੀਤੀ ਆ ਉਹ ਕੀਤੀ ਹੈ ਫਾਈਨੈਂਸ਼ੀਅਲ ਮਾਰਕੀਟਸ ਦੀ। ਤੇ ਉਸ ਤੋਂ ਬਾਅਦ ਆਪਣੇ ਕੋਲ ਗੱਲ ਹੋ ਰਹੀ ਹੈ ਇੱਥੇ ਕਿ ਟ੍ਰੇਡਿੰਗ ਦੇ ਵਿੱਚ ਜਦੋਂ ਵੀ ਆਪਾਂ ਟ੍ਰੇਡਿੰਗ ਐਜ਼ ਸੱਚ ਤੁਸੀਂ ਟ੍ਰੇਡਿੰਗ ਨੂੰ ਸ਼ੇਅਰ ਮਾਰਕੀਟ ਦੇ ਨਾਲ ਰਿਲੇਟ ਕਰ ਸਕਦੇ ਹੋ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਸ਼ੇਅਰ ਮਾਰਕੀਟ ਬੋਲਦੇ ਹੋ। ਸੋ ਇੱਕ ਸ਼ੇਅਰ ਦੀ ਉੱਤੇ ਟ੍ਰੇਡਿੰਗ ਨਹੀਂ ਹੋਏਗੀ। ਸੋ ਇਸ ਕਰਕੇ ਤੁਸੀਂ ਇਸ ਚੀਜ਼ ਤੋਂ ਵੀ ਮਤਲਬ ਫਾਈਂਡ ਆਊਟ ਕਰ ਸਕਦੇ ਹੋ ਕਿ ਇੱਥੇ ਜਦੋਂ ਟ੍ਰੇਡਿੰਗ ਮਾਰਕੀਟ ਮਤਲਬ ਇਹ ਵਰਡ ਅਗਰ ਯੂਜ਼ ਹੋ ਰਿਹਾ ਤਾਂ ਇੱਥੇ ਜਿਹੜਾ ਫਾਈਨੈਂਸ਼ੀਅਲ ਮਾਰਕੀਟਸ ਹੈ ਤਾਂ ਉਹਦੇ ਵਿੱਚ ਸੈਲਿੰਗ ਆਫ ਇਕੁਇਟੀਜ਼, ਕਿਉਂਕਿ ਸੈਲਿੰਗ ਹੋ ਰਹੀ ਹੈ ਤਾਂ ਇੱਥੇ ਆਪਾਂ ਸਿੰਗਲ ਨਹੀਂ ਲਵਾਂਗੇ, ਇੱਕ ਇਕੁਇਟੀ ਦੀ ਸੈਲਿੰਗ ਨਹੀਂ ਹੋਏਗੀ। ਸੋ ਆਪਾਂ ਇੱਥੇ ਇਕੁਇਟੀਜ਼ ਹੀ ਲਵਾਂਗੇ। ਸੋ ਇੱਥੇ ਜਿਹੜਾ ਇਕੁਇਟੀਜ਼ ਹੈ ਤਾਂ ਉਹਦੇ ਨਾਲ ਐਂਡ ਫੀਅਰਸ ਆਏਗਾ, ਕਿਉਂਕਿ ਇੱਥੇ ਆਪਾਂ ਐਸ ਯੂਜ਼ ਕਰ ਲਿਆ ਤਾਂ ਇੱਥੇ ਵੀ ਆਪਾਂ ਐਸ ਹੀ ਯੂਜ਼ ਕਰਾਂਗੇ। ਅੰਡਰਸਟੂਡ ਹੈ, ਮਤਲਬ ਇਨ ਕੇਸ ਜੇ ਤੁਹਾਨੂੰ ਨਹੀਂ ਵੀ ਸੁਣਿਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਇੱਕ 'ਚ ਐਸ ਹੈ ਤਾਂ ਦੂਜੇ 'ਚ ਵੀ ਐਸ ਹੀ ਆਏਗਾ। ਸੋ ਜਿਹੜੀ ਥਰਡ ਬਲੈਂਕ ਸੀਗੀ ਉਹਦੇ ਸੀਗਾ ਹੈਵੀ। ਨੈਕਸਟ ਇਜ਼ ਸਵਿੰਗਸ। Next is corporate. ਸੋ ਜਦੋਂ ਤੁਸੀਂ ਬਲੈਂਕਸ ਨੂੰ ਫਿਲ ਕਰ ਲਿਆ ਉਸ ਤੋਂ ਬਾਅਦ ਤੁਸੀਂ ਪ੍ਰੂਫ ਰੀਡਿੰਗ ਜ਼ਰੂਰ ਕਰਨੀ ਹੈ। ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ, 2 ਮਿੰਟ ਦਾ ਹੀ ਟਾਈਮ ਹੁੰਦਾ ਤੁਹਾਡੇ ਕੋਲ, ਮੈਕਸਿਮਮ ਤੁਸੀਂ 2 ਜਾਂ 2.5 ਮਿੰਟ ਹੀ ਲਾ ਸਕਦੇ ਹੋ ਲਿਸਨਿੰਗ ਫਿਲਿੰਗ ਦਾ ਬਲੈਂਕਸ ਤੇ।
ਸੋ ਫਰਸਟ ਹੋ ਗਿਆ ਇਕੁਇਟੀਜ਼, ਦੈਨ ਫੀਅਰਸ, ਨੈਕਸਟ ਇਜ਼ ਹੈਵੀ, ਫੋਰਥ ਇਜ਼ ਸਵਿੰਗਸ, ਨੈਕਸਟ ਇਜ਼ ਕਾਰਪੋਰੇਟ। ਸੋ ਇੱਥੇ ਤਾਂ ਆਪਾਂ ਐਸ ਜਾਂ ਈ ਡੀ ਜਾਂ ਕੁਛ ਯੂਜ਼ ਨਹੀਂ ਕੀਤਾ, ਬਟ ਇੱਥੇ ਆਪਣੇ ਕੋਲ ਸਵਿੰਗਸ ਦੀ ਗੱਲ ਹੋਈ ਹੈ। ਸੋ ਅਗਰ ਇੱਥੇ ਟ੍ਰੇਡਿੰਗ ਹੋ ਰਹੀ ਹੈ ਤਾਂ ਜਿਹੜੀਆਂ ਇੱਕ ਸਵਿੰਗ ਤਾਂ ਨਹੀਂ ਹੋਏਗਾ, ਮਤਲਬ ਅਗਰ ਤੁਸੀਂ ਇੱਥੇ ਇਕੁਇਟੀਜ਼ ਦੀ ਗੱਲ ਕਰ ਰਹੇ ਹੋ, ਸੈਲਿੰਗ ਆਫ ਇਕੁਇਟੀਜ਼, ਤਾਂ ਉੱਥੇ ਵੀ ਸਵਿੰਗਸ ਹੀ ਹੋਣਗੇ। ਇੱਕ ਸਵਿੰਗ ਤਾਂ ਹੀ ਹੋਏਗਾ ਜੇ ਤੁਸੀਂ ਇੱਕ ਇਕੁਇਟੀ ਦੀ ਗੱਲ ਕਰੋ। ਸੋ ਇੱਥੇ ਵੀ ਆਪਾਂ ਕੀ ਯੂਜ਼ ਕਰਾਂਗੇ, ਐਸ ਹੀ ਯੂਜ਼ ਕਰਾਂਗੇ। ਆਨਸਰ ਚੈੱਕ ਕਰ ਲੈਂਦੇ ਹਾਂ। ਸੋ ਇਹ ਤੁਹਾਡੇ ਆਨਸਰਸ ਸੀਗੇ। ਤਾਂ ਇੱਕ ਐਗਜ਼ਾਮਪਲ ਹੋਰ ਕਰਕੇ ਦੇਖਦੇ ਹਾਂ ਆਪਾਂ। Those of you who've never heard the term Neo-Latin may be forgiven for thinking it's a new South American dance craze. If you're puzzled when I tell you it has something to do with the language of Romans, take heart. Over the years, many classes who have confessed they are not really sure what it is either. Some have assumed that they are so-called late Latin, written at the end of the Roman Empire. Others have supposed it must have something to do with the Middle Ages. Or perhaps it's that pseudo-Latin which my 5- and 7-year-old boys seem to have gleaned from the Harry Potter books, useful for spells and curses that they zip one another with makeshift paper ash ones. No, in fact, Neo-Latin is more or less the same as the Latin that was written in the ancient world, classical Latin. So, what's so new about it? ਸੋ ਅਗਰ ਆਪਾਂ ਪੈਰਾਗ੍ਰਾਫ ਦੀ ਗੱਲ ਕਰੀਏ ਤਾਂ ਨਿਊ ਲੈਟਿਨ ਦੀ ਗੱਲ ਹੋ ਰਹੀ ਹੈ। ਸੋ ਲੈਟਿਨ ਇੱਕ ਜਗ੍ਹਾ ਦਾ ਨਾਮ ਹੈਗਾ, ਬਟ ਜਦੋਂ ਤੁਸੀਂ ਫਾਈਨਲ ਦੇ ਵਿੱਚ ਪੈਰਾਗ੍ਰਾਫ ਕਰਦੇ ਹੋ ਤਾਂ ਉੱਥੇ ਤੁਹਾਨੂੰ ਐਜ਼ ਸੱਚ ਪੈਰਾਗ੍ਰਾਫ ਦਾ ਨਾਮ ਨਹੀਂ ਪਤਾ ਹੁੰਦਾ। ਸੋ ਇੱਥੇ ਅਗਰ ਆਪਾਂ ਗੱਲ ਕਰੀਏ ਯੂ ਆਰ, ਤਾਂ ਜਿਹੜੀ ਫਰਸਟ ਜਿਹੜੀ ਬਲੈਂਕ ਸੀਗੀ ਉਹਦੇ ਵਿੱਚ ਉਹਨੇ ਯੂਜ਼ ਕੀਤਾ ਸੀਗਾ ਪਜ਼ਲਡ। ਸੋ ਆਪਾਂ ਇੱਥੇ ਥਰਡ ਫਾਰਮ ਆਫ ਵਰਬ ਗੱਲ ਕੀਤੀ ਹੈ। ਸੋ ਅਗਰ ਆਪਾਂ ਗੱਲ ਕਰੀਏ ਤਾਂ ਇੱਥੇ ਹੈਗਾ ਆਪਣੇ ਕੋਲ ਇਫ ਯੂ ਆਰ, when I tell you it was something to do with the language of Romans. So ਮੈਂ ਇੱਥੇ third form of verb ਕਿਉਂ use ਕੀਤੀ ਹੈ, ਕਿਉਂਕਿ ਜਦੋਂ ਆਪਾਂ blanks ਤੋਂ ਬਾਅਦ ਚੈੱਕ ਕਰ ਰਹੇ ਹਾਂ ਤਾਂ ਉਹਨੇ ਕਿਹਾ when I tell you it has something to do with the language of Romans. So ਇੱਥੇ ਜਿਹੜੀ ਗੱਲ ਹੋ ਰਹੀ ਹੈ ਉਹ ਪੈਸਿਵ ਵੌਇਸ ਦੀ ਗੱਲ ਹੋ ਰਹੀ ਹੈ। ਸੋ ਅਗਰ ਟੈਂਸ ਪੈਸਿਵ ਦੇ ਵਿੱਚ ਹੋ ਰਿਹਾ ਤਾਂ ਆਪਾਂ ਉੱਥੇ ਕੀ ਯੂਜ਼ ਕਰਦੇ ਹਾਂ, ਥਰਡ ਫਾਰਮ ਆਫ ਵਰਬ। ਸੋ ਇੱਥੇ ਤੁਸੀਂ ਗੈਸ ਕਰ ਸਕਦੇ ਹੋ, ਇਨ ਕੇਸ ਤੁਹਾਨੂੰ ਪਜ਼ਲ ਸੁਣਿਆ ਤਾਂ ਤੁਸੀਂ ਇੱਥੇ ਪਜ਼ਲਡ, ਮਤਲਬ ਤੁਹਾਨੂੰ ਕਨਫਿਊਜ਼ਨ ਹੋਈ ਹੈ ਕਿ ਉਹਨੇ ਪਜ਼ਲ ਕਿਹਾ ਸੀ ਜਾਂ ਪਜ਼ਲਡ। ਆਪਾਂ ਨੂੰ ਸੁਣਤਾ ਜਾਂਦਾ ਬਟ ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਕਿਉਂਕਿ ਆਪਾਂ ਇੱਥੇ ਆਰ ਦੇਖ ਲਿਆ। ਸੋ ਆਪਾਂ ਮੋਸਟਲੀ ਕਹਿੰਦੇ ਹਾਂ ਕਿ ਹੁਣ ਪਤਾ ਨਹੀਂ ਇੱਥੇ ਕਿਹੜੀ ਵਰਬ ਹੋਏਗੀ। ਸੁਣਨ ਦੀ ਫਿਰ ਵੀ ਆਪਾਂ ਨੂੰ ਪ੍ਰੈਕਟਿਸ ਹੋ ਜਾਂਦੀ ਹੈ, ਬਟ ਤੁਸੀਂ ਉਸ ਚੀਜ਼ ਤੋਂ ਗੈਸ ਕਰਨਾ ਕਿ ਇੱਥੇ ਜਿਹੜੀ ਗੱਲ ਹੋਈ ਹੈ ਵੈਨ ਆਈ ਟੈਲ ਯੂ ਇਟ ਹੈਜ਼ ਸਮਥਿੰਗ ਟੂ ਡੂ ਵਿਦ ਦ ਲੈਂਗੁਏਜ ਆਫ ਰੋਮਨਸ ਟੇਕ ਹਾਰਟ ਓਵਰ ਦੀ ਈਅਰਸ ਮੈਨੀ ਕਲਾਸਿਸ ਹੂ ਹੈਵ। ਸੋ ਇੱਥੇ ਆਪਾਂ ਥਰਡ ਫਾਰਮ ਆਫ ਵਰਬ ਯੂਜ਼ ਕਰਾਂਗੇ। ਉਸ ਤੋਂ ਬਾਅਦ ਉਹਨੇ ਗੱਲ ਕਰੀ ਹੈ ਓਵਰ ਦੀ ਈਅਰਸ ਮੈਨੀ ਕਲਾਸਿਸ ਹੂ ਹੈਵ। ਸੋ ਇੱਥੇ ਵੀ ਹੈਵ ਵਰਡ ਆ ਗਿਆ ਆਪਣੇ ਕੋਲ, ਤਾਂ ਇੱਥੇ ਕੀ ਯੂਜ਼ ਹੋਏਗਾ, ਕਨਫੈਸਡ, FESSED। ਸਪੈਲਿੰਗਸ ਜ਼ਰੂਰ ਚੈੱਕ ਕਰਨੇ ਆ। ਉਸ ਤੋਂ ਬਾਅਦ ਵੀ ਆਪਣੇ ਕੋਲ ਹੈਵ ਹੈ, ਇਨ ਕੇਸ ਤੁਹਾਨੂੰ ਨਹੀਂ ਸੁਣਿਆ ਤਾਂ ਤੁਹਾਨੂੰ ਅੰਡਰਸਟੂਡ ਹੈਗਾ ਕਿ ਤੁਸੀਂ ਥਰਡ ਫਾਰਮ ਆਫ ਵਰਬ ਯੂਜ਼ ਕਰਨਾ ਹੈ। ਅਜ਼ਿਊਮਡ, ਅਗਰ ਫਰਸਟ ਤੁਸੀਂ ਯੂਜ਼ ਕਰੇ ਦੈਨ ਅਜ਼ਿਊਮ ਹੋਣਾ ਸੀ, ਬਟ ਅਗਰ ਥਰਡ ਯੂਜ਼ ਕਰੇ ਤਾਂ ਅਜ਼ਿਊਮਡ ਹੋਏਗਾ। ਉਸ ਤੋਂ ਬਾਅਦ ਹੈਗਾ ਆਪਣੇ ਕੋਲ ਨੈਕਸਟ ਸੀਗਾ ਸੂਡੋ ਲੈਟਿਨ। ਸੋ ਹੁਣ ਬੱਚਿਆਂ ਨੂੰ ਅਗਰ ਤੁਹਾਨੂੰ ਸੁਣ ਗਿਆ, ਮਤਲਬ ਤੁਹਾਨੂੰ ਸੂਡੋ ਲੈਟਿਨ ਸੁਣ ਗਿਆ ਬਟ ਬੱਚਿਆਂ ਨੂੰ ਲਿਖਣ 'ਚ ਪ੍ਰੋਬਲਮ ਆਉਂਦੀ ਹੈ, ਤਾਂ ਉਹ ਕੀ ਕਰਦੇ ਨੇ, ਜਾਂ ਤਾਂ ਮੋਸਟਲੀ ਇਕੱਠਾ ਹੀ ਲਿਖ ਦਿੰਦੇ ਨੇ। ਬਟ ਤੁਹਾਨੂੰ ਪੈਰਾਗ੍ਰਾਫ ਦੀ ਫਰਸਟ ਲਾਈਨ ਦੇ ਵਿੱਚ ਪਿਆ, ਲਾਸਟ ਲਾਈਨ ਦੇ ਵਿੱਚ ਵੀ ਪਿਆ। ਸੋ ਇੱਥੇ ਇਹਨੇ ਨਿਊ ਲੈਟਿਨ ਲਿਖਿਆ। ਸੋ ਨਿਊ ਲੈਟਿਨ ਅਗਰ ਉਹਨੇ ਲਿਖਿਆ ਤਾਂ ਉਹਨੇ ਇਸ ਤਰ੍ਹਾਂ ਨਾਲ ਲਿਖਿਆ, ਮਤਲਬ ਨਿਊ ਨੂੰ ਉਹਨੇ ਸਮਾਲ ਲੈਟਰਸ ਯੂਜ਼ ਕੀਤੇ ਨੇ, ਲੈਟਿਨ ਜਗ੍ਹਾ ਦਾ ਨਾਮ ਹੈ ਤਾਂ ਉਹਨੇ ਕੈਪਸ ਦੇ ਵਿੱਚ ਲਿਖਿਆ। ਮਤਲਬ ਜਿਹੜਾ ਫਰਸਟ ਤੁਹਾਡਾ ਵਰਡ ਹੈਗਾ, ਫਰਸਟ ਲੈਟਰ ਹੈਗਾ ਵਰਡ ਦਾ, ਉਹ ਤੁਹਾਡਾ ਕੈਪੀਟਲ ਹੈਗਾ। ਸੋ ਇੱਥੇ ਵੀ ਆਪਾਂ ਨੇ ਜਿਹੜਾ ਸੂਡੋ ਹੈ ਉਹ ਸਮਾਲ ਲੈਟਰਸ ਦੇ ਵਿੱਚ ਲਿਖਣਾ ਹੈ, ਬਟ ਅਗਰ ਤੁਸੀਂ ਲੈਟਿਨ ਲਿਖ ਰਹੇ ਹੋ ਤਾਂ ਲੈਟਿਨ ਦਾ ਜਿਹੜਾ ਫਰਸਟ ਲੈਟਰ ਹੋਏਗਾ ਉਹ ਐਲ ਕੀ ਹੋਏਗਾ, ਕੈਪੀਟਲ ਹੋਏਗਾ। ਨੈਕਸਟ ਵੀ ਤੁਹਾਡੇ ਕੋਲ ਹੈਵ ਆ ਗਿਆ। ਸੋ ਇੱਥੇ ਉਹਨੇ ਬੋਲਿਆ ਸੀ ਗਲੀਨਡ, ਥਰਡ ਫਾਰਮ ਆਫ ਵਰਬ। ਅਗਰ ਤੁਸੀਂ ਗਲੀਨ ਲਿਖਦੇ ਤਾਂ ਫਰਸਟ ਹੋਣੀ ਸੀਗੀ, ਬਟ ਤੁਸੀਂ ਗਲੀਨ ਲਿਖਿਆ ਤਾਂ ਥਰਡ ਫਾਰਮ ਆਫ ਵਰਬ। ਦੈਨ ਐਂਸ਼ੀਐਂਟ। ਸੋ ਆਪਾਂ ਆਨਸਰ ਚੈੱਕ ਕਰ ਲੈਂਦੇ ਹਾਂ। ਸੋ ਇਹ ਤੁਹਾਡੇ ਆਨਸਰ ਸੀਗੇ। ਸੋ ਮੇਰਾ ਸਿਰਫ ਇਹ ਐਗਜ਼ਾਮਪਲ ਲੈਣ ਦਾ ਮੋਟਿਵ ਇਹੀ ਸੀਗਾ, ਇੱਕ ਤਾਂ ਮੈਂ ਤੁਹਾਡੇ ਨਾਲ ਜਿਹੜੀ ਲਾਸਟ ਡਿਸਕਸ ਕੀਤੀ ਹੈ ਕਿ ਅਗਰ ਤੁਹਾਡੇ ਕੋਲ ਫੁੱਲ ਸਟਾਪ ਹੈ ਤਾਂ ਉਸ ਤੋਂ ਬਾਅਦ ਜਿਹੜੀ ਲਾਈਨ ਸਟਾਰਟ ਹੋਏਗੀ ਹਮੇਸ਼ਾ ਕੈਪੀਟਲ ਲੈਟਰ ਦੇ ਨਾਲ ਹੋਏਗੀ,
ਉਸ ਤੋਂ ਬਾਅਦ ਅਗਰ ਤੁਸੀਂ ਕਨਫਿਊਜ਼ ਹੋ, ਜਿਵੇਂ ਇੱਥੇ ਆਰ ਆ ਗਿਆ, ਤਾਂ ਤੁਸੀਂ ਥਰਡ ਫਾਰਮ ਕਿਉਂ ਲਈ ਹੈ, ਕਿਉਂਕਿ ਪੈਸਿਵ ਦੇ ਵਿੱਚ ਗੱਲ ਹੋ ਰਹੀ ਹੈ, ਤਾਂ ਤੁਸੀਂ ਉਸ ਚੀਜ਼ ਤੋਂ ਡਿਸਾਈਡ ਕਰ ਸਕਦੇ ਹੋ। ਤੀਜਾ ਇਹ ਸੀਗਾ ਕਿ ਜੇ ਤੁਹਾਨੂੰ ਨਹੀਂ ਸੁਣਿਆ, ਤੁਸੀਂ ਕਨਫਿਊਜ਼ ਹੋ ਕਿ ਐਸ ਹੈ ਜਾਂ ਈਡੀ ਹੈ, ਮੋਸਟਲੀ ਬੱਚਿਆਂ ਦਾ ਇਹੀ ਕਨਫਿਊਜ਼ਨ ਹੁੰਦਾ, ਤਾਂ ਤੁਸੀਂ ਇਹ ਜ਼ਰੂਰ ਚੈੱਕ ਕਰਨਾ ਹੈ ਕਿ ਫਸਟ ਉਹਨੇ ਕੀ ਗੱਲ ਕੀਤੀ ਹੈਗੀ ਹੈ। ਮਤਲਬ ਹਮੇਸ਼ਾ ਜਿਹੜਾ ਆਨਸਰ ਹੁੰਦਾ ਉਹ ਪਹਿਲਾਂ ਬਲੈਂਕ ਤੋਂ ਜਾਂ ਆਫਟਰ ਬਲੈਂਕ ਹੀ ਪਿਆ ਹੁੰਦਾ ਹੈ। ਸੋ ਅੱਜ ਦੇ ਲਈ ਸਿਰਫ ਇਹੀ ਸੀਗਾ। ਇਸ ਤੋਂ ਬਾਅਦ ਵੀ ਜੇ ਤੁਹਾਡੀਆਂ ਕੋਈ ਕੁਐਰੀਜ਼ ਨੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜਾਂ ਮੈਨੂੰ ਮੇਲ ਕਰ ਸਕਦੇ ਹੋ amarpteclasses@gmail.com ਤੇ ਆਨਲਾਈਨ ਤੇ ਆਫਲਾਈਨ ਕਲਾਸਿਸ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਮੇਰਾ ਕੰਟੈਕਟ ਨੰਬਰ ਗਿਵਨ ਹੈਗਾ। ਤੇ ਤੁਹਾਨੂੰ ਜੇ ਹੋਰ ਟਿਪਸ ਐਂਡ ਟ੍ਰਿਕਸ ਚਾਹੀਦੇ ਨੇ ਕਿਸੇ ਵੀ ਟੌਪਿਕ ਤੇ, ਜਾਂ ਫਿਰ ਤੁਸੀਂ ਪੀਟੀ ਦਾ ਪੂਰਾ ਕੋਰਸ ਵੇਖਣਾ ਚਾਹੁੰਦੇ ਹੋ, ਤਾਂ ਮੇਰੀਆਂ YouTube ਤੇ ਬਹੁਤ ਸਾਰੀਆਂ ਵੀਡੀਓਜ਼ ਪਈਆਂ ਨੇ। ਤੇ ਐਂਡ ਦੇ ਵਿੱਚ ਇਹਨਾਂ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰਨਾ ਨਹੀਂ ਭੁੱਲਣਾ। ਐਂਡ ਥੈਂਕ ਯੂ ਸੋ ਮਚ।